ਕਾਮਯਾਬੀ ਰਾਤੋਂ ਰਾਤ ਨਹੀਂ ਮਿਲਦੀ। ਇਹ ਆਰਟੀਕਲ ਮੈਂ ਪ੍ਰੋਫੈਸਰ ਮਨਜੀਤ ਤਿਆਗੀ ਸਟੇਟ ਐਵਾਰਡੀ ਜੀ ਦੀ ਮਸ਼ਹੂਰ ਕਿਤਾਬ ਸਫਲਤਾ ਦਾ ਮੰਤਰ ਵਿੱਚੋਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਜ਼ਿੰਦਗੀ ਦੇ ਸਫ਼ਰ ਵਿੱਚ ਭਾਵੇਂ ਕੋਈ ਵਿਅਕਤੀ ਵੀ ਅਸਫਲ ਨਹੀਂ ਹੋਣਾ ਚਾਹੁੰਦਾ, ਪਰ ਫਿਰ ਵੀ ਕੁਝ ਜ਼ਰੂਰੀ ਗੱਲਾਂ ਦੀ ਅਣਦੇਖੀ ਕਾਰਨ ਸਾਡੇ ਵਿੱਚੋਂ ਬਹੁਤ ਸਾਰੇ ਅਸਫਲ ਹੋ ਜਾਂਦੇ ਹਨ। ਅੱਜ ਦੇ ਸਮੇਂ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਦ੍ਰਿੜ ਇਰਾਦਾ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਜਿਹੜਾ ਮਨੁੱਖ ਆਪਣਾ ਕੰਮ ਨਿਰੰਤਰ ਜਾਰੀ ਰੱਖਦਾ ਹੈ, ਉਹ ਪੜਾਅ ਦਰ ਪੜਾਅ ਮੁਸ਼ਕਿਲਾਂ ਨੂੰ ਕੁਚਲਦਾ ਹੋਇਆ ਆਪਣੇ ਮਿਸ਼ਨ ਵਿੱਚ ਸਫਲ ਹੋ ਜਾਂਦਾ ਹੈ। ਸਫਲਤਾ ਕੋਈ ਐਸੀ ਚੀਜ਼ ਨਹੀਂ ਜਿਸ ਨੂੰ ਬਾਜ਼ਾਰ ਵਿੱਚੋਂ ਖਰੀਦਿਆ ਜਾ ਸਕੇ। ਕੁਝ ਜ਼ਰੂਰੀ ਗੱਲਾਂ ਜੋ ਕਾਮਯਾਬੀ ਦਾ ਸਿਹਰਾ ਤੁਹਾਡੇ ਸਿਰ ਤੇ ਸਜਾਉਣ ਵਿੱਚ ਮਦਦ ਕਰ ਸਕਦੀਆਂ ਹਨ। ਨੰਬਰ 1, ਯੋਜਨਾ ਬਣਾ ਕੇ ਸਹੀ ਦਿਸ਼ਾ ਵਿੱਚ ਹੀ ਆਪਣੀ ਊਰਜਾ ਲਗਾਓ। ਸ਼ਤਰੰਜ ਦੇ ਸਿਤਾਰੇ ਵਿਸ਼ਵਾਨਾਥਨ ਆਨੰਦ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਉਹ ਇੱਕ ਚਾਲ ਚੱਲਦੇ ਸਮੇਂ ਉਹ ਅੱਗੇ ਦੀਆਂ 15-20 ਚਾਲਾਂ, ਉਸਦੇ ਫਾਇਦੇ ਅਤੇ ਨੁਕਸਾਨ ਅਤੇ ਵਿਰੋਧੀ ਖਿਡਾਰੀ ਦੀ ਸੰਭਾਵਿਤ ਚਾਲ ਆਦਿ ਸਭ ਦਾ ਹਿਸਾਬ ਕਿਤਾਬ ਦਿਮਾਗ 'ਚ ਰੱਖਦੇ ਹਨ। ਇਸ ਯੋਜਨਾ ਜਾਂ ਰਣਨੀਤੀ ਅਪਣਾਉਣ ਕਰਕੇ ਹੀ ਉਹ ਸਫਲਤਾ ਦੀ ਚੋਟੀ ਤੇ ਹਨ। ਅੱਜਕੱਲ੍ਹ ਯੋਜਨਾ ਅਪਣਾਉਣਾ ਸਿਰਫ ਖੇਡ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਪੜ੍ਹਾਈ ਲਿਖਾਈ, ਨੌਕਰੀ, ਵਪਾਰ ਆਦਿ ਖੇਤਰਾਂ ਵਿੱਚ ਵੀ ਅੱਗੇ ਵਧਣ ਲਈ ਸਹੀ ਰਣਨੀਤੀ ਅਤੇ ਸਹੀ ਦਿਸ਼ਾ ਦੀ ਜ਼ਰੂਰਤ ਹੁੰਦੀ ਹੈ। ਮੈਨੂੰ ਕਈ ਲੋਕ ਮਿਲਦੇ ਹਨ ਜੋ ਅਕਸਰ ਇਹ ਸਵਾਲ ਕਰਦੇ ਹਨ ਕਿ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ, ਪਰ ਸਫਲਤਾ ਕਿਉਂ ਨਹੀਂ ਮਿਲ ਰਹੀ। ਉਹ ਝੂਠ ਨਹੀਂ ਬੋਲ ਰਹੇ ਹੁੰਦੇ। ਮਿਹਨਤ ਤਾਂ ਉਹ ਜ਼ਰੂਰ ਕਰ ਰਹੇ ਹੁੰਦੇ ਹਨ, ਪਰ ਦਿਸ਼ਾ ਸਹੀ ਨਾ ਹੋਣ ਕਰਕੇ ਉਹਨਾਂ ਨੂੰ ਇੱਛਾ ਅਨੁਸਾਰ ਫਲ ਨਹੀਂ ਮਿਲਦਾ। ਇੱਕ ਵਾਰ ਫੌਜੀ ਆਪਣਾ ਟਰੰਕ ਚੁੱਕ ਕੇ ਬੱਸ ਵਿੱਚ ਉਤਰਿਆ ਤੇ ਆਟੋ ਰਿਕਸ਼ੇ ਵਾਲੇ ਨੂੰ ਪੁੱਛਣ ਲੱਗਿਆ, ਕੁਤਬ ਮੀਨਾਰ ਤੱਕ ਜਾਣਾ ਕਿੰਨੇ ਪੈਸੇ ਲੱਗਣਗੇ? 200 ਰੁਪਏ, ਆਟੋ ਰਿਕਸ਼ਾ ਵਾਲੇ ਨੇ ਜਵਾਬ ਦਿੱਤਾ। ਆ ਤਾਂ ਪਿਆ ਕੁਤਬ ਮੀਨਾਰ, ਤੁਸੀਂ ਆਟੋ ਵਾਲੇ ਵੀ ਨਾ ਅਗਲੇ ਦੀ ਛਿੱਲ ਲਾਉਣ ਨੂੰ ਤਿਆਰ ਰਹਿੰਦੇ ਹੋ। ਫੌਜੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਆਪਣਾ ਸਮਾਨ ਚੁੱਕਿਆ ਅਤੇ ਪੈਦਲ ਹੀ ਚੱਲ ਪਿਆ। ਅੱਧਾ ਘੰਟਾ ਉਹ ਤੇਜ਼ੀ ਨਾਲ ਚੱਲਦਾ ਰਿਹਾ। ਫਿਰ ਕੁਝ ਦੇਰ ਬਾਅਦ ਉਹੀ ਆਟੋ ਵਾਲਾ ਉਸ ਨੂੰ ਫਿਰ ਵਾਪਸ ਮਿਲਿਆ ਤੇ ਉਹ ਪੁੱਛਣ ਲੱਗਾ ਕਿ ਹੁਣ ਤਾਂ ਮੈਂ ਅੱਧਾ ਰਸਤਾ ਪੈਦਲ ਤੈਅ ਕਰ ਲਿਆ ਹੈ, ਹੁਣ ਕਿੰਨਾ ਕਿਰਾਇਆ ਲੱਗੂਗਾ? ਆਟੋ ਰਿਕਸ਼ਾ ਵਾਲੇ ਨੇ ਜਵਾਬ ਦਿੱਤਾ, 400 ਰੁਪਏ। ਫੌਜੀ ਕਹਿਣ ਲੱਗਾ, ਪਹਿਲਾਂ 200 ਰੁਪਏ ਤੇ ਹੁਣ 400 ਰੁਪਏ, ਕਿਉਂ? ਆਟੋ ਰਿਕਸ਼ਾ ਵਾਲੇ ਨੇ ਜਵਾਬ ਦਿੱਤਾ, ਸ਼੍ਰੀਮਾਨ ਜੀ, ਕਾਫੀ ਸਮੇਂ ਤੋਂ ਤੁਸੀਂ ਉਲਟੀ ਦਿਸ਼ਾ ਵੱਲ ਦੌੜ ਲਗਾ ਰਹੇ ਹੋ, ਜਦੋਂ ਕਿ ਕੁਤਬ ਮੀਨਾਰ ਤਾਂ ਦੂਜੇ ਪਾਸੇ ਹੈ। ਇਹ ਸੁਣ ਕੇ ਫੌਜੀ ਹੱਕਾ ਬੱਕਾ ਰਹਿ ਗਿਆ ਤੇ ਚੁੱਪਚਾਪ ਟੈਕਸੀ ਵਿੱਚ ਬੈਠ ਗਿਆ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵੀ ਅਸੀਂ ਕਈ ਵਾਰ ਬਿਨਾਂ ਸੋਚ ਵਿਚਾਰ ਤੋਂ ਕੰਮ ਸ਼ੁਰੂ ਕਰ ਦਿੰਦੇ ਹਾਂ, ਫਿਰ ਆਪਣੀ ਮਿਹਨਤ ਅਤੇ ਸਮਾਂ ਬਰਬਾਦ ਕਰਕੇ ਕੰਮ ਅੱਧ ਵਿਚਾਲੇ ਹੀ ਛੱਡ ਦਿੰਦੇ ਹਾਂ। ਹਮੇਸ਼ਾ ਇੱਕ ਗੱਲ ਯਾਦ ਰੱਖੋ ਕਿ ਜੇ ਦਿਸ਼ਾ ਸਹੀ ਹੈ ਤਾਂ ਹੀ ਮਿਹਨਤ ਰੰਗ ਲਿਆਉਂਦੀ ਹੈ, ਜੇ ਦਿਸ਼ਾ ਹੀ ਗਲਤ ਹੈ ਤਾਂ ਮਿਹਨਤ ਦਾ ਮੁੱਲ ਨਹੀਂ ਮੁੜਦਾ। ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦਿਸ਼ਾ ਦੀ ਜਾਂਚ ਕਰ ਲਵੋ, ਸਫਲਤਾ ਤੁਹਾਡੇ ਕਦਮ ਚੁੰਮੇਗੀ। ਨੰਬਰ 2, ਆਤਮ ਪ੍ਰੇਰਿਕ ਬਣੋ। ਕਈ ਵਾਰ ਅਸੀਂ ਕੰਮ ਤੋਂ ਉਕਤਾ ਜਾਂਦੇ ਹਾਂ ਤੇ ਜ਼ਿੰਦਗੀ ਬੇਰੰਗੀ ਜਾਪਣ ਲੱਗਦੀ ਹੈ। ਇਸ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਪ੍ਰੇਰਕ ਆਪ ਬਣੋ, ਕਿਉਂਕਿ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ, ਕੋਈ ਵੀ ਬਾਹਰੀ ਸ਼ਕਤੀ ਤੁਹਾਨੂੰ ਨਹੀਂ ਬਦਲ ਸਕਦੀ। ਸਵੇਰੇ ਉੱਠ ਕੇ ਆਪਣੀ ਚਾਬੀ ਆਪ ਭਰੋ, ਫਿਰ ਹੀ ਤੁਸੀਂ ਦੂਜੇ ਲੋਕਾਂ ਦੀ ਚਾਬੀ ਭਰ ਸਕੋਗੇ। ਜਿਹੜੇ ਆਪਣੇ ਆਪ ਨੂੰ ਸਵੈ ਪ੍ਰੇਰਕ ਮੋੜ ਤੇ ਲਾ ਕੇ ਨਹੀਂ ਰੱਖਦੇ, ਲੋਕ ਉਹਨਾਂ ਨੂੰ ਜਲਦੀ ਹੀ ਛੱਡ ਜਾਂਦੇ ਹਨ। ਇਸ ਸੰਬੰਧੀ ਮੈਂ ਇੱਕ ਘਟਨਾ ਦੱਸਣੀ ਚਾਹੁੰਦਾ ਹਾਂ। ਅੱਜ ਤੋਂ 13 ਸਾਲ ਪਹਿਲਾਂ ਮੈਂ ਇੱਕ ਪੁਰਾਣੀ ਮਾਰੂਤੀ ਕਾਰ ਖਰੀਦੀ ਸੀ। ਸਰਦੀਆਂ ਦੇ ਮੌਸਮ ਵਿੱਚ ਸਵੇਰ ਦੇ ਸਮੇਂ ਇਹ ਕਾਰ ਜਦੋਂ ਸਟਾਰਟ ਨਾ ਹੁੰਦੀ ਤਾਂ ਧੱਕਾ ਲਗਾਉਣਾ ਪੈਂਦਾ ਸੀ। ਸਵੇਰੇ ਧੱਕਾ ਲਗਾਉਣ ਲਈ ਗਲੀ 'ਚੋਂ 2 ਜਾਂ 3 ਮੁੰਡਿਆਂ ਨੂੰ ਧੱਕਾ ਲਗਾਉਣ ਲਈ ਬੁਲਾ ਕੇ ਲਿਆਉਣਾ ਤਾਂ ਜਾ ਕੇ ਮੇਰੀ ਕਾਰ ਸਟਾਰਟ ਹੁੰਦੀ। ਕੁਝ ਦਿਨਾਂ 'ਚ ਹੀ ਮੁੰਡੇ ਟਾਲ ਮਟੋਲ ਕਰਨ ਲੱਗ ਪਏ। 2-3 ਦਿਨ ਮੈਂ ਸਕੂਲੀ ਬੱਚਿਆਂ ਨੂੰ 1-1 ਰੁਪਈਆ ਦੇ ਕੇ ਉਹਨਾਂ ਤੋਂ ਧੱਕਾ ਲਗਵਾ ਕੇ ਕਾਰ ਸਟਾਰਟ ਕੀਤੀ, ਪਰ ਹਫ਼ਤੇ ਵਿੱਚ ਹੀ ਗਲੀ ਦੇ ਬੱਚੇ ਵੀ ਪਾਸਾ ਵੱਟਣ ਲੱਗੇ।
ਜਦੋਂ ਮੈਂ ਗੱਡੀ ਬਾਹਰ ਕੱਢਣ ਲਈ ਗੇਟ ਖੋਲ੍ਹਦਾ ਤਾਂ ਗਲੀ ਵਿੱਚ ਖੇਡਦੇ ਬੱਚੇ ਵੀ ਪਰਾਂ ਭੱਜ ਜਾਂਦੇ। ਕੋਈ ਵੀ ਧੱਕਾ ਲਗਾਉਣ ਨੂੰ ਤਿਆਰ ਨਾ ਹੁੰਦਾ। ਇਹ ਸਭ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਮੈਂ ਗੱਡੀ ਵਿੱਚ ਨਵੀਂ ਬੈਟਰੀ ਰੱਖ ਕੇ ਗੱਡੀ ਨੂੰ ਸੈਲਫ ਸਟਾਰਟ ਨਾ ਬਣਾਇਆ। ਸਾਡੀ ਜ਼ਿੰਦਗੀ ਦੀ ਗੱਡੀ ਨੂੰ ਵੀ ਲੋਕ ਥੋੜ੍ਹਾ ਸਮਾਂ ਧੱਕਾ ਲਗਾ ਕੇ ਦੇਖਦੇ ਹਨ। ਜੇ ਸਟਾਰਟ ਹੋ ਕੇ ਅੱਗੇ ਨਹੀਂ ਵੱਧਦੀ ਤਾਂ ਉਹ ਖਹਿੜਾ ਹੀ ਛੱਡ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਆਤਮ ਪ੍ਰੇਰਕ ਬਣ ਕੇ ਅੱਗੇ ਵਧਦੇ ਰਹੋ। ਨੰਬਰ 3, ਹਮੇਸ਼ਾ ਗਤੀਸ਼ੀਲ ਰਹੋ। ਜ਼ਿੰਦਗੀ ਜਿਉਣ ਅਤੇ ਜਿਉਂਦੇ ਰਹਿਣ ਵਿੱਚ ਬਹੁਤ ਫਰਕ ਹੈ। ਮਨੁੱਖ ਨੂੰ ਹਮੇਸ਼ਾ ਗਤੀਸ਼ੀਲ ਰਹਿਣਾ ਚਾਹੀਦਾ ਹੈ। ਗਤੀਸ਼ੀਲਤਾ ਜ਼ਿੰਦਗੀ ਦਾ ਦੂਜਾ ਨਾਂ ਹੈ। ਕੁਦਰਤ ਵੀ ਸਾਨੂੰ ਗਤੀਸ਼ੀਲਤਾ ਦਾ ਹੀ ਪਾਠ ਪੜ੍ਹਾਉਂਦੀ ਹੈ। ਇਸ ਲਈ ਸੂਰਜ, ਧਰਤੀ, ਚੰਦਰਮਾ ਅਤੇ ਤਾਰੇ ਲਗਾਤਾਰ ਗਤੀ ਵਿੱਚ ਰਹਿੰਦੇ ਹਨ। ਖੜੋਤ ਦਾ ਦੂਜਾ ਨਾਂ ਖਾਤਮਾ ਹੈ। ਆਪਣੀ ਪੂਰੀ ਵਾਹ ਲਗਾਉਣ 'ਤੇ ਵੀ ਜੇ ਤੁਸੀਂ ਸਫਲ ਨਹੀਂ ਹੁੰਦੇ ਤਾਂ ਵੀ ਨਿਰਾਸ਼ ਹੋ ਕੇ ਢੇਰੀ ਨਾ ਢਾਹੋ, ਸਗੋਂ ਹੌਸਲੇ ਨਾਲ ਅੱਗੇ ਵਧਦੇ ਰਹੋ ਤੇ ਹੋਰ ਯਤਨ ਕਰੋ। ਸੰਸਾਰ ਗਵਾਹ ਹੈ ਕਿ ਯਤਨਸ਼ੀਲ ਰਹਿਣ ਵਾਲਿਆਂ ਨੇ ਹੀ ਵਿਲੱਖਣ ਕਾਰਨਾਮੇ ਕੀਤੇ ਹਨ। ਇਬਰਾਹਿਮ ਲਿੰਕਨ ਵਪਾਰ ਅਤੇ ਸਿਆਸਤ ਵਿੱਚ ਵਾਰ-ਵਾਰ ਅਸਫਲ ਹੋਏ, ਪਰ ਉਹਨਾਂ ਨੇ ਹਿੰਮਤ ਨਾ ਹਾਰੀ, ਅੱਗੇ ਵਧਣ ਲਈ ਯਤਨ ਕਰਦੇ ਰਹੇ ਤੇ ਇੱਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਬਣਨ ਵਿੱਚ ਸਫਲ ਹੋ ਗਏ। ਇਸੇ ਤਰ੍ਹਾਂ ਸਕਾਟਲੈਂਡ ਦਾ ਰਾਜਾ ਰਾਬਰਟ ਬਰੂਸ ਬਾਰ-ਬਾਰ ਹਾਰਦਾ ਰਿਹਾ, ਪਰ ਉਸਨੇ ਸਿਰੜ ਨਹੀਂ ਛੱਡਿਆ ਤੇ 7ਵੀਂ ਵਾਰ ਉਹ ਆਪਣੇ ਉਦੇਸ਼ ਭਾਵ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਫਲ ਹੋ ਗਿਆ। ਨੰਬਰ 4, ਸਾਰਾ ਧਿਆਨ ਮੁੱਖ ਉਦੇਸ਼ ਤੇ ਕੇਂਦਰਿਤ ਕਰੋ। ਆਪਣੇ ਮੰਤਵ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਤੁਹਾਡਾ ਸਾਰਾ ਧਿਆਨ ਆਪਣੇ ਉਦੇਸ਼ ਤੇ ਹੋਵੇ। ਮੰਜ਼ਿਲ ਵੱਲ ਵਧਣ ਦੌਰਾਨ ਕਈ ਹੋਰ ਦਿਲ ਲੁਭਾਊ ਮੌਕੇ ਵੀ ਤੁਹਾਡਾ ਧਿਆਨ ਭੰਗ ਕਰ ਸਕਦੇ ਹਨ, ਪਰ ਯਾਦ ਰੱਖੋ, ਵੱਡਾ ਆਨੰਦ ਪ੍ਰਾਪਤ ਕਰਨ ਲਈ ਤੁਹਾਨੂੰ ਇਹਨਾਂ ਤੋਂ ਪਰੇ ਰਹਿ ਕੇ ਆਪਣਾ ਫੋਕਸ ਲੇਜ਼ਰ ਲਾਈਟ ਵਾਂਗ ਸਿੱਧਾ ਰੱਖਣਾ ਪਵੇਗਾ। ਜੇ ਧਿਆਨ ਖਿੰਡ ਗਿਆ ਤਾਂ ਜ਼ਿਆਦਾ ਦੂਰ ਨਹੀਂ ਜਾ ਸਕੋਗੇ। ਨੰਬਰ 5, ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ। ਸਫਲ ਹੋਣ ਦੀ ਕਾਮਨਾ ਤੋਂ ਬਿਨਾਂ ਤੁਹਾਡੇ ਸਾਰੇ ਗੁਣ ਅਤੇ ਯੋਗਤਾਵਾਂ ਬੇਕਾਰ ਹਨ। ਕੁਝ ਪ੍ਰਾਪਤ ਕਰਨ ਦੀ ਇੱਛਾ ਹੋਣਾ ਪਹਿਲਾ ਪੜਾਅ ਹੈ, ਜਦੋਂ ਕਿ ਉਸ ਇੱਛਾ ਦੀ ਪੂਰਤੀ ਲਈ ਸੰਘਰਸ਼ ਕਰਨਾ ਦੂਜਾ ਪੜਾਅ ਹੈ। ਇੱਕ ਸਫਲ ਅਤੇ ਆਮ ਆਦਮੀ ਵਿੱਚ ਮੁੱਖ ਅੰਤਰ ਇਹੀ ਹੁੰਦਾ ਹੈ ਕਿ ਆਮ ਆਦਮੀ ਸਫਲਤਾ ਦੀ ਇੱਛਾ ਕਰਦਾ ਹੈ, ਜਦੋਂ ਕਿ ਸਫਲ ਆਦਮੀ ਦੀ ਤੀਵਰ ਇੱਛਾ ਹੁੰਦੀ ਹੈ ਕਿ ਉਹ ਕਿਸੇ ਵੀ ਕੀਮਤ ਤੇ ਸਫਲਤਾ ਪ੍ਰਾਪਤ ਕਰੇਗਾ। ਇਹ ਦ੍ਰਿੜ ਇੱਛਾ ਸ਼ਕਤੀ ਦਾ ਹੀ ਕਮਾਲ ਸੀ ਕਿ ਵਿਚੇਂਦਰੀ ਪਾਲ ਮਾਊਂਟ ਐਵਰੈਸਟ ਦੀ ਚੋਟੀ ਤੇ ਝੰਡਾ ਲਹਿਰਾਉਣ ਵਾਲੀ ਭਾਰਤ ਦੀ ਪਹਿਲੀ ਔਰਤ ਸੀ। ਕੰਮ ਕਰਨ ਤੋਂ ਪਹਿਲਾਂ ਇੱਛਾ ਸ਼ਕਤੀ ਹੋਣਾ ਜ਼ਰੂਰੀ ਹੈ। ਕੁਝ ਪ੍ਰਾਪਤ ਕਰਨ ਲਈ ਆਪਣੇ ਮਨ ਨੂੰ ਕਾਬੂ ਕਰਕੇ ਲੋਕਾਂ ਦੀ ਪਰਵਾਹ ਕੀਤੇ ਬਗੈਰ ਉਸ ਸਮੇਂ ਤੱਕ ਡਟੇ ਰਹੋ ਜਿੰਨਾ ਚਿਰ ਕੰਮ ਖਤਮ ਨਹੀਂ ਹੁੰਦਾ। ਜੇ ਤੁਹਾਡੇ ਕੋਲ ਭਰਪੂਰ ਇੱਛਾ ਸ਼ਕਤੀ ਹੈ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਇੱਛਾ ਸ਼ਕਤੀ ਦੀ ਬਦੌਲਤ ਕਈ ਵਾਰ ਤਾਂ ਚਮਤਕਾਰ ਹੀ ਹੋ ਜਾਂਦਾ ਹੈ, ਜਿਵੇਂ ਰਿਐਲਿਟੀ ਸ਼ੋਅ ਬਿਗ ਬੌਸ 7 'ਚ ਭਾਗ ਲੈ ਚੁੱਕਿਆ ਪਹਿਲਵਾਨ ਸੰਗਰਾਮ ਬਚਪਨ ਵਿੱਚ ਤੁਰਨ ਫਿਰਨ ਤੋਂ ਅਸਮਰਥ ਸੀ। ਡਾਕਟਰਾਂ ਨੇ ਵੀ ਉਸਦੇ ਠੀਕ ਹੋਣ ਦੀ ਉਮੀਦ ਛੱਡ ਦਿੱਤੀ ਸੀ। ਫਿਰ ਸੰਗਰਾਮ ਦੇ ਮਾਤਾ-ਪਿਤਾ ਨੇ ਘਰੇਲੂ ਨੁਸਖਿਆਂ ਨਾਲ ਉਸਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਰਾਮ ਦੀ ਜ਼ਿੰਦਗੀ ਜਿਉਣ ਦੀ ਇੱਛਾ ਸ਼ਕਤੀ ਦਾ ਹੀ ਕਮਾਲ ਸੀ ਕਿ ਉਹ ਹੌਲੀ-ਹੌਲੀ ਠੀਕ ਹੋਣ ਲੱਗਿਆ। ਵੱਡਾ ਹੋ ਕੇ ਉਹ ਕਸਰਤ ਕਰਨ ਲਈ ਅਖਾੜੇ ਵਿੱਚ ਜਾਣ ਲੱਗਿਆ। ਅੱਜ ਉਹ ਰੈਸਲਿੰਗ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਤੇ ਭਾਰਤ ਦਾ ਨਾਂ ਉੱਚਾ ਕਰ ਚੁੱਕਿਆ ਹੈ। ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਚਾਹ ਉੱਥੇ ਰਾਹ। ਨੰਬਰ 6, ਕਿਸੇ ਇੱਕ ਚੀਜ਼ ਵਿੱਚ ਮੁਹਾਰਤ ਹਾਸਲ ਕਰੋ। ਅੱਜ ਦੀ ਗਲਾਕੱਟ ਪ੍ਰਤੀਯੋਗਿਤਾ ਦੌਰਾਨ ਉਹ ਬੰਦਾ ਹੀ ਬਾਜ਼ਾਰ ਵਿੱਚ ਆਪਣੀ ਧਾਕ ਜਮਾ ਸਕਦਾ ਹੈ ਜਿਸ ਨੂੰ ਕਿਸੇ ਚੀਜ਼ 'ਚ ਖਾਸ ਮੁਹਾਰਤ ਹਾਸਲ ਹੋਵੇ। ਜੇ ਤੁਹਾਡੇ ਕੋਲ ਕੋਈ ਖਾਸ ਮੁਹਾਰਤ ਨਹੀਂ ਤਾਂ ਤੁਸੀਂ ਜਲਦੀ ਹੀ ਭੀੜ ਵਿੱਚ ਰੁਲ ਜਾਵੋਗੇ ਤੇ ਤੁਹਾਡੇ ਸੁਪਨੇ ਚੂਰ-ਚੂਰ ਹੋ ਜਾਣਗੇ। ਇਸ ਲਈ ਜੋ ਵੀ ਕੰਮ ਕਰੋ ਉਸ ਨੂੰ ਪੂਰਾ ਕਰਨ ਲਈ ਆਪਣੇ ਵੱਲੋਂ ਪੂਰੀ ਵਾਹ ਲਾ ਦਿਓ। ਕੰਮ ਨੂੰ ਪੂਜਾ ਸਮਝ ਕੇ ਆਪਣੀਆਂ ਯੋਗਤਾਵਾਂ ਨੂੰ ਨਿਖਾਰਨ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਨੰਬਰ 7, ਆਪਣੀਆਂ ਹੈਸੀਅਤ ਮੁਤਾਬਿਕ ਖਰਚ ਕਰੋ। ਚੰਗਾ ਖਾਓ ਤੇ ਚੰਗਾ ਪਹਿਨੋ, ਪਰ ਚਾਦਰ ਦੇਖ ਕੇ ਹੀ ਪੈਰ ਫਸਾਰੋ। ਜੇ ਪੈਰ ਚਾਦਰ ਤੋਂ ਬਾਹਰ ਨਿਕਲ ਗਏ ਤਾਂ ਮੱਛਰਾਂ ਦਾ ਡੰਗ ਸਹਿਣਾ ਪੈ ਸਕਦਾ ਹੈ।
ਦੇਖਣ ਵਿੱਚ ਆਇਆ ਹੈ ਕਿ ਅੱਜ ਕੱਲ੍ਹ ਲੋਕ ਬੈਂਕਾਂ ਤੋਂ ਕਰਜ਼ੇ ਲੈ ਕੇ ਬੇਕਾਰ ਦੀਆਂ ਰਸਮਾਂ ਅਤੇ ਵਿਆਹਾਂ ਮੌਕੇ ਦੇਖੋ ਦੇਖੀ ਲੱਖਾਂ ਰੁਪਏ ਪਾਣੀ ਵਾਂਗ ਬਹਾ ਦਿੰਦੇ ਹਨ। ਪਰ ਪੈਸਾ ਫੂਕ ਕੇ ਕੁਝ ਪਾਲੀ ਖੱਟੀ ਲੋਕਾਂ ਦੀ ਵਾਹ ਦੀ ਖੁਮਾਰੀ ਵੀ ਉਸ ਸਮੇਂ ਲੈਣ ਲੱਗਦੀ ਹੈ ਜਦੋਂ ਬਾਅਦ ਵਿੱਚ ਕਰਜ਼ੇ ਦੀ ਕਿਸ਼ਤ ਨਹੀਂ ਮੁੜਦੀ ਤੇ ਬੈਂਕ ਵਾਲੇ ਚੱਕਰ ਮਾਰਨ ਲੱਗਦੇ ਹਨ। ਫਿਰ ਲੋਕ ਲਾਜ ਦੇ ਫਨੀਅਰ ਦੇ ਡੰਗ ਤੋਂ ਛੁਟਕਾਰਾ ਪਾਉਣ ਲਈ ਆਤਮ ਹੱਤਿਆ ਦਾ ਰਾਹ ਹੀ ਨਜ਼ਰ ਆਉਂਦਾ ਹੈ। ਫਜ਼ੂਲ ਖਰਚੀ ਦੀ ਆਦਤ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ, ਇਸ ਲਈ ਹਮੇਸ਼ਾ ਆਪਣੀ ਹੈਸੀਅਤ ਨੂੰ ਧਿਆਨ ਵਿੱਚ ਰੱਖ ਕੇ ਹੀ ਖਰਚ ਕਰਨਾ ਚਾਹੀਦਾ ਹੈ। ਨੰਬਰ 8, ਸਮੇਂ ਦੀ ਕਦਰ ਕਰੋ। ਸ਼੍ਰੋਮਣੀ ਭਗਤ ਕਬੀਰ ਜੀ ਨੇ ਕਿਹਾ ਸੀ ਕਿ ਕੱਲ ਕਰੇ ਸੋ ਆਜ ਕਰੇ ਸੋ ਅਬ, ਪਲ ਮੇ ਪਰਲੋ ਹੋਏਗੀ, ਬਾਹਰੀ ਕਰੋਗੇ ਕਬ। ਪਰ ਅੱਜ ਦੇ ਆਲਸੀ ਨੌਜਵਾਨ ਦਾ ਕਹਿਣਾ ਹੈ ਕਿ ਆਜ ਕਰੇ ਸੋ कल करे सो परसों, इतनी भी क्या जल्दी है, उम्र पड़ी है बरसों। ਜਿਹੜੇ ਵਕਤ ਦੀ ਕਦਰ ਨਹੀਂ ਕਰਦੇ, ਵਕਤ ਵੀ ਉਹਨਾਂ ਦੀ ਕਦਰ ਨਹੀਂ ਕਰਦਾ। ਅਸਲ ਵਿੱਚ ਸਮਾਂ ਇੱਕ ਅਜਿਹੇ ਬੈਂਕ ਦੀ ਤਰ੍ਹਾਂ ਹੈ ਜੋ ਹਰ ਸਵੇਰ ਤੁਹਾਡੇ ਖਾਤੇ ਵਿੱਚ 86,400 ਸੈਕਿੰਡ ਜਮ੍ਹਾਂ ਕਰ ਦਿੰਦਾ ਹੈ ਅਤੇ ਰਾਤ ਪੈਣ ਤੇ ਅਣਵਰਤੇ ਪਲਾਂ ਨੂੰ ਖਤਮ ਕਰਕੇ ਖਾਤਾ ਬੰਦ ਕਰ ਦਿੰਦਾ ਹੈ। ਇਹ ਬਕਾਇਆ ਰਾਸ਼ੀ ਅਗਲੇ ਦਿਨ ਵਰਤਣ ਦੀ ਮਨਜ਼ੂਰੀ ਨਹੀਂ ਦਿੰਦਾ। ਹਰ ਦਿਨ ਤੁਹਾਡਾ ਨਵਾਂ ਅਕਾਊਂਟ ਖੋਲ੍ਹਿਆ ਜਾਂਦਾ ਹੈ। ਜਿਹੜਾ ਵਿਅਕਤੀ ਸਮੇਂ ਦੀ ਕਦਰ ਕਰਦਾ ਹੋਇਆ ਆਪਣੇ ਪਲਾਂ ਨੂੰ ਸਿਆਣਪ ਨਾਲ ਖਰਚ ਕਰਦਾ ਹੈ, ਉਹ ਹਮੇਸ਼ਾ ਹੀ ਦੂਜਿਆਂ ਨਾਲੋਂ ਅੱਗੇ ਰਹਿੰਦਾ ਹੈ। ਇੱਕ ਪਲ ਦੀ ਅਹਿਮੀਅਤ ਸਮਝ ਆਉਣ ਤੇ ਤੁਸੀਂ ਕਿਸੇ ਨੂੰ 9 ਵਜੇ ਦਾ ਸਮਾਂ ਦੇ ਕੇ 9:10 ਤੇ ਨਹੀਂ ਜਾਓਗੇ। ਸਮੇਂ ਦੀ ਕਦਰ ਕਰਨ ਵਾਲੇ ਮਨੁੱਖ ਨੂੰ 9 ਵਜੇ ਅਤੇ 9:10 ਵਿੱਚ ਬਹੁਤ ਅੰਤਰ ਲੱਗਦਾ ਹੈ। ਸਮੇਂ ਸਿਰ ਕੰਮ ਕਰਨ ਵਾਲਾ ਵਿਅਕਤੀ ਮਿੱਟੀ ਨੂੰ ਵੀ ਸੋਨਾ ਬਣਾ ਦਿੰਦਾ ਹੈ, ਜਦੋਂ ਕਿ ਵੇਲੇ ਤੋਂ ਖੁੰਝਿਆ ਵਿਅਕਤੀ ਸੋਨੇ ਨੂੰ ਵੀ ਮਿੱਟੀ ਬਣਾ ਦਿੰਦਾ ਹੈ। ਉਹ ਜੋ ਵੀ ਕੰਮ ਕਰਦਾ ਹੈ ਉਸ ਦਾ ਨਤੀਜਾ 0 ਹੀ ਨਿਕਲਦਾ ਹੈ। ਆਉਣ ਵਾਲੇ 10 ਸਾਲਾਂ 'ਚ ਤੁਸੀਂ ਕਿੱਥੇ ਹੋਵੋਗੇ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਤੁਸੀਂ ਆਪਣਾ ਸਮਾਂ ਕਿਵੇਂ ਵਰਤ ਰਹੇ ਹੋ। ਜੇ ਤੁਸੀਂ ਵਿਹਲ ਦਾ ਸਮਾਂ ਕੁਝ ਸਿੱਖਣ ਅਤੇ ਆਪਣੀ ਯੋਗਤਾ ਨੂੰ ਨਿਖਾਰਨ ਲਈ ਵਰਤਦੇ ਹੋ ਤਾਂ ਆਉਣ ਵਾਲਾ ਦਹਾਕਾ ਤੁਹਾਡੀ ਖੁਸ਼ਹਾਲ ਜ਼ਿੰਦਗੀ ਦਾ ਗਵਾਹ ਬਣੇਗਾ। ਇਸ ਤੋਂ ਉਲਟ ਜੇ ਤੁਸੀਂ ਆਪਣਾ ਸਮਾਂ ਤਾਸ਼ ਖੇਡਣ ਜਾਂ ਮੋੜਾਂ ਤੇ ਖੜ ਕੇ ਜੱਕੜ ਮਾਰਨ ਵਿੱਚ ਬਰਬਾਦ ਕਰਦੇ ਹੋ ਤਾਂ 10 ਸਾਲਾਂ ਬਾਅਦ ਵੀ ਤੁਸੀਂ ਮੌਜੂਦਾ ਹਾਲਤਾਂ ਵਿੱਚ ਹੀ ਜਕੜੇ ਰਹੋਗੇ। ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਗੱਡੀ ਚਾਹੀਦੀ ਹੈ ਜਾਂ ਗੱਡਾ। ਆਰਾਮ ਅਤੇ ਆਲਸ ਵਿੱਚ ਫਰਕ ਪਛਾਣੋ। ਵਕਤ ਦੀ ਸਹੀ ਵਰਤੋਂ ਕਰਕੇ ਵਕਤ ਤੇ ਨਿਯੰਤਰਣ ਕਰਨਾ ਸਿੱਖੋ, ਨਾ ਕਿ ਉਸ ਨੂੰ ਆਪਣੇ ਉੱਪਰ ਹਾਵੀ ਹੋਣ ਦਿਓ। ਆਦਮੀ ਦੀ ਔਸਤ ਉਮਰ 70 ਸਾਲ ਹੈ। ਜੇਕਰ ਬਚਪਨ, ਲੜਕਪਨ, ਬੁਢਾਪੇ ਅਤੇ ਸੌਣ ਦਾ ਸਮਾਂ ਮੰਨਫੀ ਕਰ ਦਈਏ ਤਾਂ ਮੁਸ਼ਕਿਲ ਨਾਲ ਤੁਹਾਡੇ ਕੋਲ 25 ਤੋਂ 30 ਕੁ ਸਾਲ ਦਾ ਸਮਾਂ ਬਚੇਗਾ। ਵਕਤ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹੋ। ਸਵੇਰ ਦੇ ਸਮੇਂ ਹਰ ਰੋਜ਼ 1 ਘੰਟਾ ਪਹਿਲਾਂ ਉੱਠ ਕੇ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਕਈ ਸਾਲ ਵਧਾ ਸਕਦੇ ਹੋ। ਜੋ ਪਲ ਬੀਤ ਗਿਆ ਉਸ ਦਾ ਫਿਕਰ ਛੱਡ ਕੇ ਵਰਤਮਾਨ ਸਮੇਂ ਦਾ ਸਹੀ ਉਪਯੋਗ ਕਰੋ। ਸਮਾਂ ਕਦੇ ਰੁਕਦਾ ਨਹੀਂ, ਨਾ ਹੀ ਬੀਤੇ ਸਮੇਂ ਨੂੰ ਖਰੀਦਿਆ ਜਾ ਸਕਦਾ ਹੈ। ਇਸ ਲਈ ਸਮੇਂ ਦੀ ਕੀਮਤ ਹੀਰੇ ਨਾਲੋਂ ਵੀ ਜ਼ਿਆਦਾ ਹੈ। ਹੀਰੇ ਦੀ ਤਾਂ ਕੀਮਤ ਤੈਅ ਕੀਤੀ ਜਾ ਸਕਦੀ ਹੈ, ਪਰ ਸਮਾਂ ਅਮੁੱਲ ਹੈ। ਹੀਰੇ ਨੂੰ ਤਾਂ ਜ਼ਿਆਦਾ ਪੈਸੇ ਦੇ ਕੇ ਦੁਬਾਰਾ ਵਾਪਸ ਖਰੀਦਿਆ ਜਾ ਸਕਦਾ ਹੈ, ਪਰ ਕਰੋੜਾਂ ਰੁਪਇਆ ਦੇ ਕੇ ਵੀ ਬੀਤਿਆ ਸਮਾਂ ਦੁਬਾਰਾ ਵਾਪਸ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਇਸ ਲਈ ਸਮੇਂ ਦਾ ਮਹੱਤਵ ਸਮਝੋ ਤੇ ਇਸ ਦੀ ਸੁਚੱਜੀ ਵਰਤੋਂ ਕਰਕੇ ਆਪਣੇ ਧਨ ਅਤੇ ਮਾਣ ਸਨਮਾਨ ਨੂੰ ਵਧਾਓ। ਨੰਬਰ 9, ਨਵਾਂ ਸਿੱਖਦੇ ਰਹੋ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਸਮਾਂ ਬੀਤਣ ਦੇ ਨਾਲ ਕੁਝ ਨਾ ਕੁਝ ਨਵਾਂ ਸਿੱਖਦੇ ਰਹੋ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਿਹੜਾ ਵਿਅਕਤੀ ਨੌਕਰੀ ਪ੍ਰਾਪਤ ਕਰਨ ਉਪਰੰਤ ਨਵਾਂ ਸਿੱਖਣਾ ਬੰਦ ਕਰ ਦਿੰਦਾ ਹੈ, ਉਸ ਦੀ ਹਾਲਤ ਕੋਹਲੂ ਦੇ ਬੈਲ ਵਾਲੀ ਹੀ ਹੁੰਦੀ ਹੈ, ਕਿਉਂਕਿ ਉਹ ਇੱਕ ਖਾਸ ਦਾਇਰੇ ਤੱਕ ਹੀ ਸੀਮਤ ਰਹਿ ਕੇ ਉੱਥੇ ਹੀ ਖੜਾ ਰਹਿ ਜਾਂਦਾ ਹੈ। ਕਿਉਂਕਿ ਅਜਿਹੇ ਵਿਅਕਤੀ ਦੀਆਂ ਅੱਖਾਂ ਤਾਂ ਖੁੱਲ੍ਹੀਆਂ ਹੁੰਦੀਆਂ ਹਨ, ਪਰ ਉਸ ਦਾ ਦਿਮਾਗ ਬੰਦ ਹੁੰਦਾ ਹੈ। ਅੱਗੇ ਵਧਣ ਲਈ ਜ਼ਰੂਰੀ ਹੈ ਕਿ ਦਿਮਾਗ ਦੀ ਨਜ਼ਰ ਤੇਜ਼ ਕਰਕੇ ਕੁਝ ਨਾ ਕੁਝ ਨਵਾਂ ਸਿੱਖਿਆ ਜਾਵੇ। ਨੰਬਰ 10, ਆਪਣੇ ਆਪ ਤੇ ਭਰੋਸਾ ਰੱਖੋ। ਆਪਣੇ ਆਪ ਤੇ ਭਰੋਸਾ ਰੱਖ ਕੇ ਤੇ ਝੱਲੇ ਜਾਏ ਹੋ ਕੇ ਲਗਾਤਾਰ ਕੰਮ ਕਰਦੇ ਰਹੋ।
ਲੋਕਾਂ ਵੱਲੋਂ ਮਿਲੇ ਗੈਰ ਜ਼ਰੂਰੀ ਸੁਝਾਅ ਅਤੇ ਆਲੋਚਨਾਤਮਕ ਟਿੱਪਣੀਆਂ ਨੂੰ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਕੱਢ ਦਿਓ, ਕਿਉਂਕਿ ਇਹ ਨਕਾਰਾਤਮਕ ਊਰਜਾ ਤੁਹਾਡੀਆਂ ਮਾਨਸਿਕ ਸ਼ਕਤੀਆਂ ਨੂੰ ਖੁੰਡਾ ਕਰਨ ਤੋਂ ਇਲਾਵਾ ਤੁਹਾਡਾ ਧਿਆਨ ਵੀ ਭੰਗ ਕਰਦੀ ਹੈ। ਨੰਬਰ 11, ਸਵੇਰੇ ਜਲਦੀ ਉੱਠਣ ਦੀ ਆਦਤ ਪਾਓ। ਜਿਹੜਾ ਵਿਅਕਤੀ ਸਵਖਤੇ ਉੱਠਦਾ ਹੈ ਉਸ ਨੂੰ ਰੂੰਘੇ ਵਜੋਂ ਕਈ ਘੰਟੇ ਵਾਧੂ ਮਿਲ ਜਾਂਦੇ ਹਨ। ਸਵੇਰੇ 4 ਵਜੇ ਉੱਠਣ ਵਾਲੇ ਵਿਅਕਤੀ ਕੋਲ ਮੁਕਾਬਲਤਨ 3 ਘੰਟੇ ਵਾਧੂ ਸਮਾਂ ਹੁੰਦਾ ਹੈ। ਇਸ ਵਾਧੂ ਸਮੇਂ ਵਿੱਚ ਉਹ ਪ੍ਰਦੂਸ਼ਣ ਰਹਿਤ ਕੁਦਰਤ ਦਾ ਆਨੰਦ ਮਾਣ ਸਕਦਾ ਹੈ, ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕੀਤੀ ਜਾ ਸਕਦੀ ਹੈ ਜਾਂ ਕੋਈ ਰਚਨਾਤਮਕ ਕੰਮ ਕੀਤਾ ਜਾ ਸਕਦਾ ਹੈ ਤੇ ਭਵਿੱਖ 'ਚ ਅੱਗੇ ਵਧਣ ਲਈ ਯੋਜਨਾਵਾਂ ਵੀ ਬਣਾਈਆਂ ਜਾ ਸਕਦੀਆਂ ਹਨ। ਉਪਰੋਕਤ ਸੁਝਾਵਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਤੇ ਕੁਝ ਹੀ ਦਿਨਾਂ ਵਿੱਚ ਤੁਹਾਡੀ ਜ਼ਿੰਦਗੀ 'ਚ ਸਾਰਥਕ ਤਬਦੀਲੀ ਆਵੇਗੀ, ਜੋ ਅੱਗੇ ਜਾ ਕੇ ਤੁਹਾਡੀ ਕਾਮਯਾਬੀ ਦੀ ਗਵਾਹ ਬਣੇਗੀ। ਧੰਨਵਾਦ।